पंजाब के नवे सीएम बने ने भगवंत मान, उन्होंने शायद तुसी ही पहले शख्स हो जिन्हों ने चिट्ठी लिखी है। एजुकेशन ਨੂੰ ਲੈ ਕੇ ਕਿਤਾਬਾਂ ਦੇ ਵਿੱਚ ਸਾਡੇ ਗੁਰੂਆਂ ਦੇ ਅਗੇਂਸਟ ਜਾਂ ਉਹਨਾਂ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਜੋ ਕਿ ਕੈਮਰਾ ਦੇ ਸਾਹਮਣੇ ਨਹੀਂ ਬੋਲੀ ਜਾ ਸਕਦੀ। ਇਦੋਂ ਅਜੇ ਸੀਐਮ ਦੀ ਉਹਨਾਂ ਨੇ ਸਹੁੰ ਨਹੀਂ ਚੱਕੀ ਤੇ ਆਪਾਂ ਸਾਰਿਆਂ ਨੇ ਮੀਡੀਆ 'ਚ ਦੇਖਿਆ ਕਿ ਉਹਨਾਂ ਨੇ ਸਿਕਿਉਰਿਟੀਜ਼ ਵਾਪਸ ਲੈ ਲਈਆਂ ਨੇ ਕੁਝ ਲੀਡਰਸ ਦੀਆਂ। ਹੁਣ ਤੁਹਾਨੂੰ ਨਵੀਂ ਸਰਕਾਰ ਤੋਂ ਕੀ ਇੰਨੀ ਉਮੀਦ ਹੈ ਕਿ ਪਹਿਲ ਦੇ ਆਧਾਰ ਤੇ ਕੰਮ ਕਰਨਗੇ? ਹਾਲਾਂਕਿ ਸੰਧਵਾ ਜੀ ਨੇ ਜਿਹੜੇ ਹੋਰ ਇੱਕ ਮੰਤਰੀ ਵੀ ਨੇ ਖੰਨਾ ਤੋਂ, ਜਿਹੜੇ ਹੁਣ ਵਿਧਾਇਕ ਬਣੇ ਨੇ, ਉਹ ਇੱਥੇ ਆ ਕੇ ਇਹਨਾਂ ਨੂੰ ਮਿਲ ਕੇ ਗਏ ਸੀਗੇ। ਉਸ ਤੋਂ ਬਾਵਜੂਦ ਹਾਲੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਸਰਕਾਰ ਹੈ ਇਹ ਵੀ ਇਹ ਜਿਹੜੀ ਇੰਨੀ ਚੀਜ਼ ਗੂੜੀ ਚੀਜ਼ ਹੈ ਉਹਨੂੰ ਸਮਝੇਗੀ? ਤੁਹਾਨੂੰ ਲੱਗਦਾ ਹੈ ਕਿ ਅਗਰ ਭਗਵੰਤ ਮਾਨ ਨੇ ਜਿਹੜੇ ਨਹੀਂ ਗੋਲਦੇ ਤਾਂ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਯਾਨੀ ਕਿ ਉਹਨਾਂ ਦੀ ਮਾਤਾ ਜੀ ਨੂੰ ਵੀ ਚਿੱਠੀ ਲਿਖੋਗੇ ਜਿਵੇਂ ਤੁਸੀਂ ਪ੍ਰਧਾਨ ਮੰਤਰੀ ਦੀ ਮਾਤਾ ਜੀ ਨੂੰ ਲਿਖੀ ਸੀ? ਇਸ ਕਰਕੇ ਲਿਖੀ ਗਈ ਸੀ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਆਮ ਚਿੱਠੀਆਂ ਨੂੰ ਨਹੀਂ ਗੋਲਦੇ, ਕਿਉਂਕਿ ਮਾਵਾਂ ਨੇ ਜਿਹੜੀਆਂ ਉਹਦੇ ਬੱਚੇ ਨੂੰ ਹਮੇਸ਼ਾ ਕੰਨ ਫੜ ਕੇ ਵੀ ਉਹਦੀ ਜਿਹੜੀ ਗਲਤੀ ਹੈਗੀ ਹੈ ਉਹਨੂੰ ਆਪਦੇ ਬੱਚੇ ਨੂੰ ਕਹਿ ਸਕਦੀ। ਜਿਨ੍ਹਾਂ ਦੇ ਸਿੱਖਿਆਵਾਂ ਦੇ ਵਿੱਚ ਸਾਡਾ ਜੀਵਨ ਹੈ, ਜਿਨ੍ਹਾਂ ਤੋਂ ਸਿੱਖਿਆ ਲੈ ਕੇ ਅਸੀਂ ਇੱਕ ਚੰਗਾ ਸਮਾਜ ਸਿਰਜ ਸਕਦੇ ਹਾਂ, ਜਿਨ੍ਹਾਂ ਦੀਆਂ ਸਿੱਖਿਆਵਾਂ ਦੇ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ। ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਤੋਂ ਅਸੀਂ ਪ੍ਰੇਰਿਤ ਹੋ ਕੇ ਕਿਸਾਨੀ ਅੰਦੋਲਨ ਜਿੱਤਿਆ। पंजाब स्कूल सिक्ख्या बोर्ड की किताबों के नाल जिहड़ी है छेड़छाड़ की गई है, जिस नूं लैके धरना पंजाब स्कूल सिक्ख्या बोर्ड के दफ्तर के सामने लग्या होया है, जिस दे विच किसान अंदोलन दे विच उग्गा चेहरा रहे गोलू के दे हरप्रीत सिंह भी हाज़री लवाउंदे रहे ने। ते उस तो बाद उचेचे तौर पर उन्होंने पंजाब के नवे सीएम भगवंत मान नूं एक चिट्ठी लिखी है। की लिखिया उस चिट्ठी के बारे साडे नाल गलबात करने लई मौजूद ने पंजाब के नवे सीएम बने ने भगवंत मान, उन्होंने शायद तुसी ही पहले शख्स हो जिन्होंने चिट्ठी लिखी है। की लिखिया उस चिट्ठी दे विच? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਚਿੱਠੀ ਦੇ ਵਿੱਚ ਮੈਂ ਇਹ ਲਿਖਿਆ ਕਿ ਜਿਹੜਾ ਮੁੱਦਾ ਐਜੂਕੇਸ਼ਨ ਨੂੰ ਲੈ ਕੇ ਕਿਤਾਬਾਂ ਦੇ ਵਿੱਚ ਸਾਡੇ ਗੁਰੂਆਂ ਦੇ ਅਗੇਂਸਟ ਜਾਂ ਉਹਨਾਂ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਜੋ ਕਿ ਕੈਮਰਾ ਦੇ ਸਾਹਮਣੇ ਨਹੀਂ ਬੋਲੀ ਜਾ ਸਕਦੀ, ਉਹਨਾਂ ਨੂੰ ਸਭ ਤੋਂ ਪਹਿਲਾਂ ਇਸ ਮਸਲੇ ਨੂੰ ਸੋਲਵ ਕਰਨਾ ਚਾਹੀਦਾ ਹੈ। ਕਿਉਂਕਿ ਆਪਾਂ ਹਮੇਸ਼ਾ ਕੋਈ ਸ਼ੁਰੂਆਤ ਕਰਦੇ ਹਾਂ ਤਾਂ ਉਹ ਆਪਾਂ ਗੁਰੂ ਦਾ ਨਾਂ ਲੈ ਕੇ ਕਰਦੇ ਹਾਂ ਤੇ ਉਹਨਾਂ ਨੇ ਬਹੁਤ ਇਦੋਂ ਅਜੇ ਸੀਐਮ ਦੀ ਉਹਨਾਂ ਨੇ ਸਹੁੰ ਨਹੀਂ ਚੱਕੀ ਤੇ ਆਪਾਂ ਸਾਰਿਆਂ ਨੇ ਮੀਡੀਆ 'ਚ ਦੇਖਿਆ ਕਿ ਉਹਨਾਂ ਨੇ ਸਿਕਿਉਰਿਟੀਜ਼ ਵਾਪਸ ਲੈ ਲਈਆਂ ਨੇ ਕੁਝ ਲੀਡਰਸ ਦੀਆਂ। ਉਹਨਾਂ ਨੇ ਇੱਕ ਦੋ ਹੋਰ ਅਪੁਆਇੰਟਮੈਂਟ ਵੀ ਕੀਤੀਆਂ ਨੇ ਆਪਣੇ ਉੱਚ ਅਹੁਦਿਆਂ 'ਤੇ। ਤਾਂ ਇਹ ਵੀ ਇੱਕ ਮੁੱਦਾ ਹੈਗਾ ਜਿਹੜਾ ਉਹਨਾਂ ਦੇ ਨੋਟਸ ਵਿੱਚ ਹੈ ਤੇ ਉਹਨਾਂ ਨੂੰ ਇਹਦੇ ਵਿੱਚ ਸਭ ਤੋਂ ਪਹਿਲਾਂ ਇੰਟਰਵੀਨ ਕਰਕੇ ਇਮੀਡੀਏਟ ਜਿਹੜੀ ਹੈਗਾ ਐਜੂਕੇਸ਼ਨ ਵਿੱਚ ਜੋ ਗਲਤੀਆਂ ਕੀਤੀਆਂ ਗਈਆਂ ਨੇ ਸਰਕਾਰ ਦੁਆਰਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦੂਰ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਸਾਡੇ ਜਿਹੜੇ ਬੱਚੇ ਹੈ ਉਹ ਚੰਗੀ ਸਿੱਖਿਆ ਪੜ੍ਹਨ। ਕਿਉਂਕਿ ਕਿਸੇ ਵੀ ਦੇਸ਼ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਇੱਕ ਨੀਂਹ ਹੁੰਦੇ ਨੇ। ਅਗਰ ਬੱਚੇ ਚੰਗੀ ਸਿੱਖਿਆ ਨਹੀਂ ਪੜ੍ਹਨਗੇ ਤਾਂ ਉਹ ਕਦੇ ਵੀ ਸਮਾਜ ਦੇ ਵਿੱਚ ਚੰਗਾ ਸਮਾਜ ਨਹੀਂ ਸਿਰ ਸਕਦੇ। ਤਾਂ ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਆਪਾਂ ਕਿਸੇ ਗੱਲ 'ਤੇ ਵੀ ਕੰਪਰੋਮਾਈਜ਼ ਕਰ ਸਕਦੇ ਹਾਂ, ਬਟ ਗੁਰੂਆਂ ਦੀ ਕੋਈ ਵੀ ਕਿਸੇ ਸ਼ਬਦ 'ਤੇ ਆਪਾਂ ਟਿੱਪੀ ਬਿੰਦੀ ਦਾ ਵੀ ਕੰਪਰੋਮਾਈਜ਼ ਨਹੀਂ ਕਰ ਸਕਦੇ। ਇਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਸਿੱਖ ਕੌਮ ਹੈ, ਚਾਹੇ ਉਹ ਪੰਜਾਬ ਦੇ ਸਾਰੇ ਧਰਮਾਂ ਦੇ ਲੋਕ ਨੇ, ਉਹ ਗੁਰੂਆਂ ਦੇ ਨਾਂ 'ਤੇ ਕਦੇ ਵੀ ਕਿਸੇ ਗਲਤੀ ਨੂੰ ਬਰਦਾਸ਼ਤ ਨਹੀਂ ਕਰਨਗੇ। ਆਪਾਂ ਸਾਰੇ ਜਾਣਦੇ ਹਾਂ ਪੰਜਾਬ ਵਸਦਾ ਗੁਰੂਆਂ ਦੇ ਨਾਮ 'ਤੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਰਕਾਰ ਨੂੰ ਵੀ ਸਮਝ ਲੈਣੀਆਂ ਚਾਹੀਦੀਆਂ ਨੇ। ਪਰ ਜਿਹੜੀਆਂ ਪਹਿਲਾਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਨੇ ਉਹ ਮੈਂ ਉਮੀਦ ਕਰਦਾ ਕਿ ਭਗਵੰਤ ਮਾਨ ਜੀ ਜਿਹੜੇ ਹੈਗੇ ਨੇ ਉਹ ਇਸ ਗਲਤੀ ਨੂੰ ਕਦੇ ਰਿਪੀਟ ਨਹੀਂ ਕਰਨਗੇ ਤੇ ਜਲਦ ਤੋਂ ਜਲਦ ਇਹਨੂੰ ਦਰੁਸਤ ਕਰਨਗੇ। ਜੀ ਮੈਂ ਇਹੀ ਗੱਲ ਤੁਹਾਡੇ ਤੋਂ ਲੈਣਾ ਚਾਹੁੰਦੀ ਸੀ। ਸਿਰਸਾ ਜੀ ਨਾਲ ਸਾਡੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰਿਪੋਰਟ ਸੀਗੀਆਂ ਸਾਰੀਆਂ ਦਿੱਤੀਆਂ। ਉਸ ਜਿਹੜੀ ਸਰਕਾਰ ਦੇ ਸਿੱਖਿਆ ਮੰਤਰੀ ਨੇ ਪ੍ਰਗਟ ਸਿੰਘ ਉਹ ਵੀ ਇਹਨਾਂ ਨੂੰ ਮਿਲੇ, ਆ ਕੇ ਵਾਅਦੇ ਵੀ ਕਰਕੇ ਗਏ ਕਿ ਅਸੀਂ ਸਭ ਕੁਝ ਕਰਾਂਗੇ, ਪਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਹੁਣ ਤੁਹਾਨੂੰ ਨਵੀਂ ਸਰਕਾਰ ਤੋਂ ਕੀ ਇੰਨੀ ਉਮੀਦ ਹੈ ਕਿ ਪਹਿਲ ਦੇ ਆਧਾਰ ਤੇ ਕੰਮ ਕਰਨਗੇ? ਹਾਲਾਂਕਿ ਸੰਧਵਾ ਜੀ ਨੇ ਜਿਹੜੇ ਹੋਰ ਇੱਕ ਮੰਤਰੀ ਵੀ ਨੇ ਖੰਨਾ ਤੋਂ, ਜਿਹੜੇ ਹੁਣ ਵਿਧਾਇਕ ਬਣੇ ਨੇ, ਉਹ ਇੱਥੇ ਆ ਕੇ ਇਹਨਾਂ ਨੂੰ ਮਿਲ ਕੇ ਗਏ ਸੀਗੇ। ਉਸ ਤੋਂ ਬਾਵਜੂਦ ਹਾਲੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਸਰਕਾਰ ਹੈ ਇਹ ਵੀ ਇਹ ਜਿਹੜੀ ਇੰਨੀ ਚੀਜ਼ ਗੂੜੀ ਚੀਜ਼ ਹੈ ਉਹਨੂੰ ਸਮਝੇਗੀ? ਦੇਖੋ, ਸਮਝਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਹੈ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਇੱਕ ਚੰਗਾ ਪ੍ਰਸ਼ਾਸਨ ਦੇਵਾਂਗੇ, ਇਹਨੂੰ ਖੁਸ਼ਹਾਲ ਬਣਾਵਾਂਗੇ। ਬਾਕੀ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੁਆਰਾ ਇਹ ਗੱਲਾਂ ਕਹੀਆਂ ਗਈਆਂ ਕਿ ਕਿਸੇ ਗੱਲ 'ਤੇ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਤੇ ਅਸੀਂ ਪੂਰੀ ਆਸ਼ਾ ਕਰਦੇ ਹਾਂ ਕਿ ਜਿਹੜਾ ਭਗਵੰਤ ਮਾਨ ਜੀ ਨੇ ਉਹ ਆ ਕੇ ਇਸ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦੇ ਨੂੰ, ਜਿਹੜਾ ਬਹੁਤ ਸੰਜੀਦਾ ਹੈ, ਜਿਹਦੇ 'ਤੇ ਮਤਲਬ ਇਹ ਗੱਲ ਕਹਿ ਸਕਦਾ ਮੈਂ ਕਿ ਕਿਸੇ ਗੱਲ ਦਾ ਡਿਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਕਈ ਕੰਮ ਹੈਗੇ ਨੇ ਜਿਹੜੇ ਵਕਤ ਨਾਲ ਠੀਕ ਹੋਣੇ ਆ। ਹੁਣ ਅੱਗੇ ਸੈਸ਼ਨ ਸ਼ੁਰੂ ਹੋਣ ਵਾਲਾ ਆਪਣੇ ਬੱਚਿਆਂ ਦਾ, ਤਾਂ ਉਹਨਾਂ ਨੂੰ ਜਿਹੜੀਆਂ ਬੁੱਕਸ ਪੁਰਾਣੀਆਂ ਜਿਨ੍ਹਾਂ ਦੇ ਵਿੱਚ ਗਲਤ ਸ਼ਬਦਾਵਲੀ ਬੋਲੀ ਗਈ ਹੈ, ਲਿਖੀ ਗਈ ਹੈ, ਉਹ ਪੜ੍ਹਾਈਆਂ ਜਾ ਰਹੀਆਂ ਨੇ। ਤਾਂ ਮੈਂ ਇਹ ਉਮੀਦ ਕਰਦਾ ਕਿ ਉਹ ਇਸ ਨੂੰ ਜਲਦ ਤੋਂ ਜਲਦ ਠੀਕ ਕਰਾ ਕੇ 31 ਤਰੀਕ ਤੋਂ ਬਾਅਦ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋਊਗਾ ਉਹ ਕੋਈ ਬੌਧਿਕ ਅਤੇ ਬੁੱਧੀਜੀਵੀ ਉਹ ਬੁਲਾਉਣਗੇ ਜ਼ਰੂਰ।
ਉਹਨਾਂ ਦੀ ਡਿਊਟੀ ਲਾਉਣਗੇ ਤੇ ਇਸ ਜਿਹੜੀ ਸ਼ਬਦਾਵਲੀ ਨੂੰ ਠੀਕ ਕਰਕੇ ਬੱਚਿਆਂ ਦੇ ਵਿੱਚ ਭੇਜਣਗੇ ਤਾਂ ਜੋ ਜਿਹੜੇ ਬੱਚੇ ਨੇ ਉਹ ਇੱਕ ਸਾਡਾ ਜੋ ਐਕਚੁਅਲ ਇਤਿਹਾਸ ਹੈਗਾ, ਕਿਉਂਕਿ ਸਿੱਖ ਇਤਿਹਾਸ ਕੋਈ ਪੁਰਾਣਾ ਇਤਿਹਾਸ ਤਾਂ ਹੈ ਨਹੀਂ ਜੀ, 550 ਸਾਲ ਇਹਦਾ ਪੁਰਾਣਾ ਹੈ ਤੇ ਇਹਦੇ ਪ੍ਰਮਾਣ, ਇਹਦੀਆਂ ਬਹੁਤ ਸਾਰੀਆਂ ਲਿਖਤਾਂ ਸਾਡੇ ਕੋਲ ਮੌਜੂਦ ਨੇ, ਉਹਨਾਂ ਨੂੰ ਦੇਖ ਕੇ ਇਹ ਬੜਾ ਈਜ਼ੀਲੀ ਕਰੈਕਟ ਕਰ ਸਕਦੇ ਨੇ ਤੇ ਜਿਹੜੇ ਇਹ ਬੱਚਿਆਂ ਨੂੰ ਜੋ ਹੈ ਸਹੀ ਇਤਿਹਾਸ ਪੜ੍ਹਾਇਆ ਜਾਵੇ। ਮੈਨੂੰ ਉਮੀਦ ਹੈ ਕਿ ਉਹ ਵਿਦਆਊਟ ਐਨੀ ਡਿਲੇ ਜਿਹੜਾ ਹੈਗਾ ਕਰਨਗੇ, ਕਿਉਂਕਿ ਮੈਂ ਉਹਨਾਂ ਨੂੰ ਇੱਕ ਚਿੱਠੀ ਵੀ ਲਿਖ ਦਿੱਤੀ ਹੈ ਤੇ ਉਹ ਮੈਨੂੰ ਲੱਗਦਾ ਕੋਈ ਚਿੱਠੀ ਦਾ ਜਵਾਬ ਜ਼ਰੂਰ ਦੇਣਗੇ ਤੇ ਜਲਦ ਤੋਂ ਜਲਦ ਇਹਦੇ ਤੇ ਐਕਸ਼ਨ ਲੈ ਕੇ ਤੇ ਕਿਤਾਬਾਂ ਨੂੰ, ਬੁੱਕਸ ਨੂੰ ਕਰੈਕਟ ਕਰ ਦੇਣਗੇ। ਹਰਪ੍ਰੀਤ ਜੀ, ਚਿੱਠੀ ਤਾਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਨੂੰ ਵੀ ਲਿਖੀ ਸੀਗੀ, ਉਸ ਚਿੱਠੀ ਦਾ ਕੀ ਕੋਈ ਤੁਹਾਨੂੰ ਜਵਾਬ ਆਇਆ ਸੀ? ਕਿਉਂਕਿ ਇਹ ਗੱਲ ਮੈਂ ਤੁਹਾਨੂੰ ਤਾਂ ਪੁੱਛ ਰਹੀ ਹਾਂ ਕਿਉਂਕਿ ਜਦੋਂ ਲੋਕ ਵੱਡੇ ਅਹੁਦਿਆਂ ਤੇ ਹੋ ਜਾਂਦੇ ਨੇ, ਜਦੋਂ ਉਹਨਾਂ ਕੋਲ ਕੰਮ ਜ਼ਿਆਦਾ ਵੱਧ ਜਾਂਦਾ ਤਾਂ ਸ਼ਾਇਦ ਉਹ ਅਜਿਹੇ ਜਿਹੜੇ ਸਬਜੈਕਟ ਹੈਗੇ ਨੇ ਉਹਨਾਂ ਨੂੰ ਗੋਲਦੇ ਨਹੀਂ ਹੈਗੇ। ਤੁਹਾਨੂੰ ਲੱਗਦਾ ਹੈ ਕਿ ਅਗਰ ਚਿੱਠੀ ਅਗਰ ਭਗਵੰਤ ਮਾਨ ਨੇ ਜਿਹੜੇ ਨਹੀਂ ਗੋਲਦੇ ਤਾਂ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਯਾਨੀ ਕਿ ਉਹਨਾਂ ਦੀ ਮਾਤਾ ਜੀ ਨੂੰ ਵੀ ਚਿੱਠੀ ਲਿਖੋਗੇ ਜਿਵੇਂ ਤੁਸੀਂ ਪ੍ਰਧਾਨ ਮੰਤਰੀ ਦੀ ਮਾਤਾ ਜੀ ਨੂੰ ਲਿਖੀ ਸੀ? ਦੇਖੋ, ਪ੍ਰਧਾਨ ਮੰਤਰੀ ਦੀ ਜਿਹੜੀ ਮਾਤਾ ਨੂੰ ਚਿੱਠੀ ਲਿਖੀ ਗਈ ਸੀ ਉਹਦਾ ਇਸ ਕਰਕੇ ਲਿਖੀ ਗਈ ਸੀ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਆਮ ਚਿੱਠੀਆਂ ਨੂੰ ਨਹੀਂ ਗੋਲਦੇ ਤੇ ਮੈਂ ਸੋਚਿਆ ਵੀ ਕਿਉਂ ਨਾ ਉਹਨਾਂ ਦੇ ਮਾਤਾ ਨੂੰ ਇੱਕ ਚਿੱਠੀ ਲਿਖੀ ਜਾਏ, ਕਿਉਂਕਿ ਮਾਵਾਂ ਨੇ ਜਿਹੜੀਆਂ ਉਹਦੇ ਬੱਚੇ ਨੂੰ ਹਮੇਸ਼ਾ ਕੰਨ ਫੜ ਕੇ ਵੀ ਉਹਦੀ ਜਿਹੜੀ ਗਲਤੀ ਹੈਗੀ ਹੈ ਉਹਨੂੰ ਆਪਦੇ ਬੱਚੇ ਨੂੰ ਕਹਿ ਸਕਦੀਆਂ ਕਿ ਭਾਈ ਇਹ ਜਿਹੜੀ ਤੇਰੀ ਗਲਤੀ ਕੀਤੀ ਹੈ ਤੂੰ ਇਹਨੂੰ ਦਰੁਸਤ ਕਰ। ਤੇ ਇੱਥੇ ਜਿਹੜੀ ਗੱਲ ਹੈ ਇਹ ਮੈਂ ਉਮੀਦ ਕਰਦਾ ਕਿਉਂਕਿ ਇਹ ਸਰਕਾਰ ਹੈ ਜਿਹੜੀ, ਇਹ ਸਰਕਾਰ ਬੜੇ ਮਤਲਬ ਲੋਕਾਂ ਨੇ ਆਸ਼ਾ ਨਾਲ ਬਣਾਈ ਹੈ ਕਿ ਇਹ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਹੱਲ ਕਰੇਗੀ। ਮੈਨੂੰ ਉਮੀਦ ਹੈ ਕਿ ਜਿੱਦਾਂ ਉੱਥੇ ਸਾਡੇ ਕਿਸਾਨੀ ਅੰਦੋਲਨ ਵਿੱਚ ਸਾਡੀ ਜਿੱਤ ਹੋਈ ਹੈ, ਇੱਥੇ ਵੀ ਸਾਡੇ ਜਿਹੜੇ ਹੈਗੇ ਸਿੱਖਾਂ ਦੀ ਜੋ ਉਹਨਾਂ ਦੇ ਮਨਾਂ ਤੇ ਠੇਸ ਪਹੁੰਚੀ ਹੈ ਇਸ ਗਲਤੀਆਂ ਤੋਂ, ਉਹ ਜਲਦ ਤੋਂ ਜਲਦ ਜਿਹੜੀ ਹੈਗੀ ਸਰਕਾਰ ਠੀਕ ਕਰੇਗੀ। ਮੈਨੂੰ ਉਹਨਾਂ ਦੇ ਮਾਤਾ ਨੂੰ ਮੈਨੂੰ ਲੱਗਦਾ ਹੈ ਕਿ ਮੈਨੂੰ ਚਿੱਠੀ ਲਿਖਣ ਦੀ ਲੋੜ ਨਹੀਂ ਪਏਗੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹ ਐਜੂਕੇਸ਼ਨ ਸਬਜੈਕਟ ਹੈ ਇਹ ਸਟੇਟ ਸਬਜੈਕਟ ਹੋਣਾ ਚਾਹੀਦਾ ਕਿਉਂਕਿ ਇਹ 1976 ਤੋਂ ਪਹਿਲਾਂ ਸਰਕਾਰ ਕੋਲ ਹੀ, ਪੰਜਾਬ ਸਰਕਾਰ ਕੋਲ ਹੀ ਇਹਦੇ ਅਧਿਕਾਰ ਸੀਗੇ, ਬਟ ਸੈਂਟਰ ਸਰਕਾਰ ਨੇ ਸਾਡੇ ਅਧਿਕਾਰਾਂ ਤੇ ਡਾਕਾ ਮਾਰਿਆ। ਇਹ ਵੀ ਇੱਕ ਫੈਡਰਲਿਜ਼ਮ ਨੂੰ ਕਮਜ਼ੋਰ ਕਰਨ ਦੀ ਇਹ ਕੜੀ ਹੈ ਕਿਉਂਕਿ ਜਿਹੜੀ ਸੈਂਟਰ ਸਰਕਾਰ ਆ ਉਹ ਸਾਡੇ ਸੱਭਿਆਚਾਰ ਬਾਰੇ, ਸਾਡੇ ਧਰਮ ਬਾਰੇ, ਸਾਡੇ ਖਾਣ ਪਾਣ ਬਾਰੇ, ਸਾਡੇ ਪਹਿਰਾਵੇ ਬਾਰੇ, ਸਾਡੇ ਜਿੰਨੀਆਂ ਵੀ ਇੱਥੇ ਕੋਈ ਰਵਾਇਤੀ ਚੀਜ਼ਾਂ ਹੈਗੀਆਂ ਨੇ ਉਹਨਾਂ ਬਾਰੇ ਉਹ ਨਹੀਂ ਜਾਣਦੇ। ਉਹ ਉੱਥੇ ਬਹਿ ਕੇ ਕਿੱਦਾਂ ਬਣਾ ਸਕਦੇ ਨੇ ਸਾਡੇ ਕਿਸੇ ਵੀ ਐਜੂਕੇਸ਼ਨ ਦੇ ਵਿੱਚ ਕੋਈ ਚੀਜ਼ ਕਿਹੜੀ ਕੱਢਣੀ ਹੈ ਕਿਹੜੀ ਪਾਉਣੀ ਹੈ, ਉਹਦਾ ਅਧਿਕਾਰ ਹਮੇਸ਼ਾ ਤੋਂ ਜਿਵੇਂ ਪਹਿਲਾਂ ਸਾਡੇ ਕੋਲੇ ਸੀਗਾ ਉਹ ਹੁਣ ਵੀ ਸਾਡੇ ਕੋਲ ਹੋਣਾ ਚਾਹੀਦਾ। ਅਗਰ ਉਹ ਕੋਈ ਚੀਜ਼ ਕੋਈ ਵੀ ਗੁਰੂਆਂ ਬਾਰੇ ਜਾਂ ਕੋਈ ਹੋਰ ਲੈਸਨ ਕੋਈ ਵੀ ਹੈਗਾ ਪੰਜਾਬ ਬਾਰੇ ਪਾਉਣਾ ਤਾਂ ਉਹਨਾਂ ਨੂੰ ਜ਼ਰੂਰੀ ਹੋ ਜਾਂਦਾ ਕਿ ਜਿਹੜੇ ਵੀ ਸਾਡੇ ਬੌਧਿਕ ਲੋਕ ਨੇ, ਬੁੱਧੀਜੀਵੀ ਨੇ, ਇੰਟੈਲੈਕਚੁਅਲ ਨੇ, ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਤੋਂ ਕੰਸੈਂਟ ਲੈ ਕੇ ਪਾਉਣ। ਇੱਦਾਂ ਨਹੀਂ ਹੈ ਕਿ ਕਿਸੇ ਨੇ ਵੀ ਕੁਝ ਲਿਖ ਦਿੱਤਾ, ਕਿਸੇ ਨੇ ਵੀ ਕੁਝ ਪਾਤਾ ਤਾਂ ਉਹ ਤਾਂ ਇੱਕ ਬੜੀ ਖਤਰਨਾਕ ਚੀਜ਼ ਹੈ ਜਿਹੜੀ ਕਿ ਸਾਡੇ ਸਮਾਜ ਵਾਸਤੇ, ਸਾਡੇ ਬੱਚਿਆਂ ਵਾਸਤੇ ਬਹੁਤ ਮਾੜੀ ਹੈ। ਤੇ ਸਾਨੂੰ ਲੋਕਾਂ ਨੂੰ ਅਵੇਅਰ ਵੀ ਹੋਣਾ ਚਾਹੀਦਾ ਹੈ ਕਿ ਕੋਈ ਵੀ ਇਦਾਂ ਦੀ ਗਲਤੀ ਹੁੰਦੀ ਇਮੀਡੀਏਟ ਆਪਾਂ ਇਕੱਠੇ ਹੋ ਕੇ ਉਹਨੂੰ ਕਰੈਕਟ ਕਰਾ ਲਿਆ ਕਰੀਏ, ਨਹੀਂ ਤਾਂ ਸਰਕਾਰਾਂ ਇੱਥੇ ਰੁਕਣਗੀਆਂ ਨਹੀਂ। ਕੱਲ ਨੂੰ ਇਹ ਸਿੱਖ 'ਚ ਅੱਜ ਗਲਤੀ ਹੋਈ ਹੈ, ਕੱਲ ਨੂੰ ਕ੍ਰਿਸਚਨ ਵਿੱਚ ਇਹ ਹੋ ਸਕਦਾ ਹੈ, ਮੁਸਲਿਮ ਦਾ ਹੋ ਸਕਦਾ ਹੈ। ਸਰਕਾਰਾਂ ਦਾ ਆਪਾਂ ਰਵੱਈਆ ਦੇਖ ਹੀ ਰਹੇ ਹਾਂ ਤੇ ਇਕੱਠੇ ਹੋਣ ਤੋਂ ਇਲਾਵਾ ਤੇ ਇਹਨਾਂ ਤੇ ਪ੍ਰੈਸ਼ਰ ਬਣਾਉਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਤੇ ਸਾਨੂੰ ਹਮੇਸ਼ਾ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਜੀ ਹਰਪ੍ਰੀਤ ਜੀ, ਅਖੀਰੀ ਸਵਾਲ ਲਵਾਂਗੀ ਮੈਂ ਤੁਹਾਡੇ ਤੋਂ ਕਿ ਚਿੱਠੀ ਦੇ ਵਿੱਚ ਕਿਸੇ ਸਮੇਂ ਸੀਮਾ ਦਾ ਵੀ ਜ਼ਿਕਰ ਕੀਤਾ ਗਿਆ ਕਿਉਂਕਿ ਨਵੀਂ ਜਦੋਂ ਸਰਕਾਰਾਂ ਹੋ ਗਈਆਂ ਨੇ ਤੇ ਉਹਨਾਂ ਕੋਲ ਜਿਹੜੇ ਨਵੇਂ ਅਹੁਦੇ ਆ ਗਏ ਨੇ, ਨਵੇਂ ਜ਼ਿੰਮੇਵਾਰੀਆਂ ਵੀ ਆ ਗਏ ਨੇ, ਸ਼ਾਇਦ ਉਹ ਇਸ ਮੈਟਰ ਨੂੰ ਕਿਤੇ ਭੁੱਲ ਨਾ ਜਾਣ। ਕੋਈ ਸਮੇਂ ਸੀਮਾ ਵੀ ਉਹਦੇ ਵਿੱਚ ਦਿੱਤੀ ਗਈ ਹੈ, ਕੋਈ ਅਲਟੀਮੇਟਮ ਟਾਈਮ ਦਾ? ਦੇਖੋ, ਧਰਨਾ ਤਾਂ ਆਪਣਾ ਲੱਗਾ ਹੀ ਹੋਇਆ, ਜੇ ਨਹੀਂ ਉਹ ਕੋਈ ਇਹਦੇ ਤੇ ਸੀਰੀਅਸ ਲੈਣਗੇ ਇਸ ਮੁੱਦੇ ਨੂੰ ਤਾਂ ਫਿਰ ਆਪਾਂ ਧਰਨੇ ਦਾ ਜਿਹੜਾ ਹੈਗਾ ਉਹ ਆਪਾਂ ਇਹਨੂੰ ਹੋਰ ਤੇਜ਼ ਕਰਾਂਗੇ ਤੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿ ਜਿਹੜੀਆਂ ਸਾਡੇ ਗੁਰੂਆਂ ਨਾਲ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਜਿਨ੍ਹਾਂ ਦੇ ਸਿੱਖਿਆਵਾਂ ਦੇ ਵਿੱਚ ਸਾਡਾ ਜੀਵਨ ਹੈ, ਜਿਨ੍ਹਾਂ ਤੋਂ ਸਿੱਖਿਆ ਲੈ ਕੇ ਅਸੀਂ ਇੱਕ ਚੰਗਾ ਸਮਾਜ ਸਿਰ ਸਕਦੇ ਹਾਂ, ਜਿਨ੍ਹਾਂ ਦੀਆਂ ਸਿੱਖਿਆਵਾਂ ਦੇ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ, ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਤੋਂ ਅਸੀਂ ਪ੍ਰੇਰਿਤ ਹੋ ਕੇ ਕਿਸਾਨੀ ਅੰਦੋਲਨ ਜਿੱਤਿਆ। ਜੇ ਦੇਖਿਆ ਤੁਸੀਂ ਸੰਗਤ ਪੰਗਤ ਤੋਂ ਬਿਨਾਂ ਅੰਦੋਲਨ ਜਿੱਤਿਆ ਨਹੀਂ ਸੀ ਜਾ ਸਕਦਾ। ਜੇ ਅਗਰ ਇਹ ਵੀ ਸਰਕਾਰ ਉਸ ਇਹ ਮੁੱਦੇ ਤੇ ਇਹ ਐਜੂਕੇਸ਼ਨ ਦੇ ਮੁੱਦੇ ਸੰਜੀਦਾ ਨਹੀਂ ਤਾਂ ਫਿਰ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਇਸ ਅੰਦੋਲਨ ਦਾ ਆ ਕੇ ਹਿੱਸਾ ਬਣਨ ਤੇ ਸਰਕਾਰ ਨੂੰ ਯਾਦ ਕਰਾਉਣ ਕਿ ਉਹਨਾਂ ਕੋਲ ਕੋਈ ਹੋਰ ਰਸਤਾ ਨਹੀਂ ਹੈ ਇਹਨਾਂ ਗਲਤੀਆਂ ਨੂੰ ਠੀਕ ਕਰਨ ਤੋਂ ਇਲਾਵਾ। ਸ਼ੁਕਰੀਆ। ਇਸ ਸਨ ਸਾਡੇ ਨਾਲ ਉੱਘੇ ਸਮਾਜ ਸੇਵੀ ਹਰਪ੍ਰੀਤ ਜੀ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਭਗਵੰਤ ਮਾਨ ਯਾਨੀ ਕਿ ਜੋ ਪੰਜਾਬ ਦੇ ਸੀਐਮ ਨੇ ਉਹਨਾਂ ਨੂੰ ਹੁਣ ਇਹਨਾਂ ਨੇ ਪਹਿਲੀ ਚਿੱਠੀ ਲਿਖੀ ਹੈ, ਉਹ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨੂੰ ਦੁਰਸਤ ਕਰਨ ਦੇ ਲਈ। ਪਰ ਇਹਨਾਂ ਨੇ ਸਾਫ਼ ਦੱਸਿਆ ਹੈ ਕਿ ਅਗਰ ਭਗਵੰਤ ਮਾਨ ਵੀ ਇਸ ਜਿਹੜਾ ਸਬਜੈਕਟ ਹੈ ਇਸ ਨੂੰ ਨਹੀਂ ਗੋਲਦੇ ਤਾਂ ਜਿਸ ਤਰ੍ਹਾਂ ਕਿਸਾਨ ਅੰਦੋਲਨ ਤਿੱਖਾ ਕੀਤਾ ਗਿਆ ਸੀ ਤੇ ਉਸ ਦਾ ਰਿਜ਼ਲਟ ਵੀ ਲਿਆ ਗਿਆ ਸੀ, ਇਸੇ ਤਰ੍ਹਾਂ ਇਸ ਮੁੱਦੇ ਦੇ ਉੱਤੇ ਵੀ ਇੱਕ ਵੱਡਾ ਅੰਦੋਲਨ ਵਿੱਢਿਆ ਜਾਵੇਗਾ। ਵੀਡੀਓ ਜਰਨਲਿਸਟ ਪ੍ਰਦੀਪ ਦੇ ਨਾਲ ਸਕਰੋਲ ਪੰਜਾਬ ਦੇ ਲਈ ਮੈਂ ਹਰਸਿਮਰਤ।